हाँ जी ਡੀਅਰ व्यूवर, स्वागत है तुहाडा सारिਆਂ ਦਾ एक बार फिर ਤੋਂ ਤੁਹਾਡੇ ਆਪਣੇ चैनल ਦੇ ਉੱਤੇ। मैं नरेंद्र कुमार फैकल्टी ऑफ विजडम अकैडमी अरनो तो ਤੇ ਅੱਜ ਦਾ ਜਿਹੜਾ ਸਾਡਾ ਵੀਡੀਓ ਹੈ ਉਹਦਾ ਟੌਪਿਕ ਰਹੇਗਾ ਜੀ ਕਨਸਟੀਟਿਊਸ਼ਨ, ਇੰਡੀਆ ਦਾ ਸੰਵਿਧਾਨ, ਭਾਰਤੀ ਸੰਵਿਧਾਨ, ਜਿਸ ਨੂੰ ਅਸੀਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਨਸਟੀਟਿਊਸ਼ਨ ਆਖਦੇ ਹਾਂ। ਤੇ ਕਨਸਟੀਟਿਊਸ਼ਨ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈ ਮੈਂ ਉਹਦੇ ਵਿੱਚ ਚਰਚਾ ਕਰਾਂਗਾ ਭਾਰਤੀ ਸੰਵਿਧਾਨ ਦੇ ਵੱਖ-ਵੱਖ ਜਿਹੜੇ ਆਰਟੀਕਲਸ ਨੇ, ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਅਨੁਛੇਦ ਆਖਦੇ ਹਾਂ। ਤੇ ਇਹਨਾਂ ਆਰਟੀਕਲ ਦੀ ਜਿਹੜੀ ਵਿਵਸਥਾ ਹੈ ਉਹ ਕਨਸਟੀਟਿਊਸ਼ਨ ਦੇ ਕਿਹੜੇ-ਕਿਹੜੇ ਪਾਰਟ ਦੇ ਵਿੱਚ ਕੀਤੀ ਗਈ ਹੈ। ਤਾਂ ਪਹਿਲਾਂ ਤੁਹਾਨੂੰ ਪਾਰਟ ਦੱਸੇ ਜਾਣਗੇ ਕਿ ਕਿਹੜਾ ਪਾਰਟ ਹੈ ਤੇ ਉਸ ਪਾਰਟ ਦੇ ਵਿੱਚ ਕਿੰਨੇ ਨੰਬਰ ਤੋਂ ਲੈ ਕੇ ਕਿੰਨੇ ਨੰਬਰ ਤੱਕ ਜਿਹੜਾ ਆਰਟੀਕਲ ਹੈ ਉਹ ਲਿਖਿਆ ਗਿਆ ਹੈ। ਤਾਂ ਪਾਰਟ ਤੇ ਆਰਟੀਕਲ ਦੋਨੋਂ ਹੀ ਇਸ ਵੀਡੀਓ ਦੇ ਵਿੱਚ ਅਸੀਂ ਐਕਸਪਲੇਨ ਕਰਾਂਗੇ ਤੇ ਉਹਨਾਂ ਨਾਲ ਸੰਬੰਧਿਤ ਕੁਝ ਹੋਰ ਇੰਪੋਰਟੈਂਟ ਜਿਹੜੀ ਜਾਣਕਾਰੀ ਹੈ ਜੋ ਲੱਗਦਾ ਹੈ ਕਿ ਕਿਸੇ ਵੀ ਐਗਜ਼ਾਮ ਦੇ ਵਿੱਚ ਉਹਦੇ ਨਾਲ ਰਿਲੇਟਡ ਕੁਐਸਚਨ ਪੁੱਛੇ ਜਾ ਸਕਦੇ ਨੇ, ਤਾਂ ਉਹਦੀ ਵਿਆਖਿਆ ਅਸੀਂ ਇਸ ਵੀਡੀਓ ਦੇ ਵਿੱਚ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਕਨਸਟੀਟਿਊਸ਼ਨ ਦਾ ਪਾਰਟ ਨੰਬਰ 1 ਹੈ। ਤਾਂ ਇਸ ਤੋਂ ਪਹਿਲਾਂ ਇੱਕ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਦਾਂ ਕਿ ਸਾਡੇ ਕਨਸਟੀਟਿਊਸ਼ਨ ਦੇ ਟੋਟਲ 22 ਪਾਰਟ ਨੇ ਸੰਵਿਧਾਨ ਦੇ ਵਿੱਚ, ਤੇ ਜਿਹੜੇ ਆਰਟੀਕਲ ਨੇ ਇਹਨਾਂ ਦੀ ਕਾਊਂਟਿੰਗ 395 ਹੈ। ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤੀ ਸੰਵਿਧਾਨ ਦੇ ਵਿੱਚ ਸ਼ਡਿਊਲ ਕਿੰਨੇ ਹੈ, ਤਾਂ ਸ਼ਡਿਊਲ ਨੂੰ ਅਸੀਂ ਪੰਜਾਬੀ 'ਚ ਅਨੁਸੂਚੀਆਂ ਆਖਦੇ ਹਾਂ। ਤਾਂ ਅਨੁਸੂਚੀਆਂ ਦੀ ਗਿਣਤੀ ਹੈ ਜਿਹੜੀ ਉਹ 12 ਹੈ। ਠੀਕ ਹੈ, ਤਾਂ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਸਾਡੇ ਕਨਸਟੀਟਿਊਸ਼ਨ ਦਾ ਪਾਰਟ ਨੰਬਰ 1, ਸਭ ਤੋਂ ਪਹਿਲਾਂ ਤਾਂ ਪ੍ਰੈਂਬਲ ਲਿਖੀ ਹੋਈ ਹੈ। ਪ੍ਰੈਂਬਲ ਤੋਂ ਬਾਅਦ ਸੰਵਿਧਾਨ ਦਾ ਪਾਰਟ 1 ਆਉਂਦਾ ਅਤੇ ਪਾਰਟ 1 ਦੇ ਵਿੱਚ ਯੂਨੀਅਨ ਐਂਡ ਇਟਸ ਟੈਰੀਟਰੀ, ਭਾਰਤੀ ਸੰਘ ਅਤੇ ਉਹਦੇ ਖੇਤਰ ਬਾਰੇ ਵਿਆਖਿਆ ਕੀਤੀ ਗਈ ਹੈ ਕਿ ਭਾਰਤ ਦੇ ਵਿੱਚ ਕਿਹੜੇ-ਕਿਹੜੇ ਰਾਜ ਨੇ, ਉਹਨਾਂ ਦੀ ਬਾਉਂਡਰੀ ਕਿੱਥੇ ਤੱਕ ਹੈ। ਅਤੇ ਜੇਕਰ ਰਾਜਾਂ ਨੂੰ ਕਿਸੇ ਪ੍ਰਕਾਰ ਦੀ ਬਾਉਂਡਰੀ ਦੇ ਵਿੱਚ ਬਦਲਾਵ ਕਰਨਾ ਹੈ ਤਾਂ ਜਾਂ ਕਿਸੇ ਰਾਜ ਦਾ ਨਾਮ ਚੇਂਜ ਕਰਨਾ ਹੈ ਤਾਂ ਇਸ ਗੱਲ ਦੀ ਜਿਹੜੀ ਵਿਵਸਥਾ ਹੈ ਉਹ ਸੰਵਿਧਾਨ ਦੇ ਭਾਗ ਪਹਿਲੇ ਵਿੱਚ ਕੀਤੀ ਗਈ ਹੈ। ਅਤੇ ਭਾਗ ਪਹਿਲੇ ਦੇ ਵਿੱਚ ਸਾਡੇ ਆਰਟੀਕਲ ਆਉਂਦੇ ਨੇ 1 ਤੋਂ ਲੈ ਕੇ 4 ਤੱਕ। ਆਰਟੀਕਲ ਨੰਬਰ 1, 2, 3 ਅਤੇ 4, ਇਹਨਾਂ ਚਾਰਾਂ ਆਰਟੀਕਲ ਦੇ ਵਿੱਚ ਸਾਡੇ ਸੰਵਿਧਾਨ ਦੇ ਵਿੱਚ ਸਾਡੇ ਭਾਰਤੀ ਸੰਘ ਦੇ ਬਾਰੇ, ਕਿਉਂਕਿ ਭਾਰਤ ਜਿਹੜਾ ਰਾਜਾਂ ਤੋਂ ਮਿਲ ਕੇ ਹੀ ਇੱਕ ਸੰਘ ਬਣਿਆ ਹੈ, ਸਮੂਹ ਬਣਿਆ ਹੈ, ਅਤੇ ਇਹਦੇ ਨਾਲ ਸੰਬੰਧੀ ਜਿਹੜਾ ਖੇਤਰ ਹੈ ਉਹਦੀ ਵਿਆਖਿਆ ਹੈ ਜਿਹੜੀ ਆਰਟੀਕਲ 1 ਤੋਂ ਲੈ ਕੇ ਆਰਟੀਕਲ ਨੰਬਰ 4 ਦੇ ਵਿੱਚ ਕੀਤੀ ਗਈ ਹੈ। ਇਸ ਤੋਂ ਬਾਅਦ ਦੂਜਾ ਆਰਟੀਕਲ ਆਉਂਦਾ ਜੀ ਨਾਗਰਿਕਤਾ ਦੇ ਨਾਲ ਸੰਬੰਧਿਤ ਸਿਟੀਜ਼ਨਸ਼ਿਪ, ਅਤੇ ਸਿਟੀਜ਼ਨਸ਼ਿਪ ਦਾ ਜਿਹੜਾ ਆਰਟੀਕਲ ਹੈ ਉਹ ਹੈ 5 ਤੋਂ 11। ਸਿਟੀਜ਼ਨਸ਼ਿਪ ਦਾ ਮਤਲਬ ਹੁੰਦਾ ਨਾਗਰਿਕਤਾ, ਅਤੇ ਇਹਦਾ ਅਨੁਛੇਦ ਹੈ 5 ਤੋਂ 11, ਅਤੇ ਇਹ ਸਾਡਾ ਪਾਰਟ ਹੈ ਕਨਸਟੀਟਿਊਸ਼ਨ ਦਾ ਪਾਰਟ ਨੰਬਰ 2। ਇਹਦੇ ਵਿੱਚ ਦੱਸਿਆ ਗਿਆ ਕਿ ਭਾਰਤੀ ਲੋਕਾਂ ਨੂੰ ਜਿਹੜੀ ਨਾਗਰਿਕਤਾ ਹੈ ਉਹ ਕਿਸ ਤਰੀਕੇ ਨਾਲ ਪ੍ਰਾਪਤ ਹੋ ਸਕਦੀ ਹੈ, ਜਾਂ ਕਿਸੇ ਵਿਦੇਸ਼ੀ ਨੂੰ ਭਾਰਤ ਦੇ ਵਿੱਚ ਜਿਹੜੀ ਨਾਗਰਿਕਤਾ ਹੈ ਉਹ ਕਿਵੇਂ ਹਾਸਲ ਹੋ ਸਕਦੀ ਹੈ, ਅਤੇ ਨਾਗਰਿਕਤਾ ਗਵਾਚ ਕਿਵੇਂ ਸਕਦੀ ਹੈ, ਮਤਲਬ ਸਾਡੇ ਤੋਂ ਨਾਗਰਿਕਤਾ ਖੋਈ ਕਿਸ ਤਰ੍ਹਾਂ ਜਾ ਸਕਦੀ ਹੈ। ਅਤੇ ਇਸ ਗੱਲ ਦੀ ਜਿਹੜੀ ਵਿਵਸਥਾ ਹੈ ਉਹ ਆਰਟੀਕਲ ਨੰਬਰ 5 ਤੋਂ ਲੈ ਕੇ ਆਰਟੀਕਲ ਨੰਬਰ 11 ਤੱਕ ਹੈ ਜਿਹੜੀ ਇਸ ਗੱਲ ਦੀ ਵਿਆਖਿਆ ਕੀਤੀ ਗਈ ਹੈ। ਅਤੇ ਇਹ ਪ੍ਰਸ਼ਨ ਹੈ ਜਿਹੜਾ ਪਹਿਲਾਂ ਵੀ ਮਾਸਟਰ ਕੈਡਰੇ ਦੇ ਜਿਹੜਾ ਐਗਜ਼ਾਮ ਹੋਇਆ ਲਾਸਟ ਪ੍ਰੀਵੀਅਸ ਜਿਹੜਾ, ਤਾਂ ਉਹਦੇ ਵਿੱਚ ਇਹ ਪ੍ਰਸ਼ਨ ਪਹਿਲਾਂ ਪੁੱਛਿਆ ਜਾ ਚੁੱਕਿਆ ਕਿ ਭਾਰਤੀ ਸੰਵਿਧਾਨ ਦੇ ਵਿੱਚ ਨਾਗਰਿਕਤਾ ਨਾਲ ਸੰਬੰਧਿਤ ਕਿਹੜੇ ਅਨੁਛੇਦ ਦੇ ਵਿੱਚ ਇਸ ਗੱਲ ਦੀ ਵਿਵਸਥਾ ਕੀਤੀ ਗਈ ਹੈ। ਤਾਂ ਇਹ ਹੈ ਆਰਟੀਕਲ ਨੰਬਰ 5 ਤੋਂ ਲੈ ਕੇ 11 ਤੱਕ। ਇਸ ਤੋਂ ਬਾਅਦ ਹੈ ਜੀ ਅਨੁਛੇਦ 12 ਤੋਂ 35, ਅਤੇ ਇਹ 12 ਤੋਂ ਜਿਹੜਾ 35 ਅਨੁਛੇਦ ਹੈ ਇਹ ਫੰਡਾਮੈਂਟਲ ਰਾਈਟਸ ਦੇ ਨਾਲ ਰਿਲੇਟਡ ਹੈ, ਅਤੇ ਜਿਸ ਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਮੌਲਿਕ ਅਧਿਕਾਰ। ਇੱਕ ਗੱਲ ਖਾਸ ਧਿਆਨ ਰੱਖੀ ਜਾਵੇ ਕਿ ਬਹੁਤ ਸਾਰੀ ਕਿਤਾਬਾਂ ਦੇ ਵਿੱਚ ਜਿਹੜੀਆਂ ਸਕੂਲ ਵਾਲੀਆਂ ਕਿਤਾਬਾਂ ਨੇ ਤਾਂ ਉਹਨਾਂ ਦੇ ਵਿੱਚ ਇਹ ਗੱਲ ਲਿਖੀ ਜਾਂਦੀ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੇ ਮੌਲਿਕ ਅਧਿਕਾਰ ਨੇ ਉਹ ਆਰਟੀਕਲ 14 ਤੋਂ ਲੈ ਕੇ 32 ਤੱਕ ਹਨ, ਜੋ ਕਿ ਬਿਲਕੁਲ ਇੱਕ ਗਲਤ ਧਾਰਨਾ ਹੈ। ਅਗਰ ਸਹੀ ਇਹਦਾ ਪਰਫੈਕਟ ਉੱਤਰ ਜਾਣਿਆ ਜਾਵੇ ਤਾਂ ਸਾਡੇ ਕੋਲ ਆਰਟੀਕਲ 12 ਤੋਂ ਲੈ ਕੇ ਆਰਟੀਕਲ 35, 12 ਤੋਂ ਲੈ ਕੇ 35 ਇਹਦੇ ਵਿੱਚ ਸਾਡੇ ਮੌਲਿਕ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ। ਔਰ ਮੌਲਿਕ ਜਿਹੜੀ ਵਿਵਸਥਾ ਹੈ ਮੌਲਿਕ ਅਧਿਕਾਰਾਂ ਦੀ ਉਹ ਸੰਵਿਧਾਨ ਦੇ ਭਾਗ 3 ਦੇ ਵਿੱਚ ਕੀਤੀ ਗਈ ਹੈ, ਪਾਰਟ 3। ਔਰ ਸਾਡੇ ਮੌਲਿਕ ਅਧਿਕਾਰਾਂ ਦੀ ਜਿਹੜੀ ਕਾਊਂਟਿੰਗ ਹੈ ਉਹ ਟੋਟਲ 6 ਹੈ। ਪਹਿਲਾਂ 7 ਸੀ ਅਤੇ ਹੁਣ ਪ੍ਰੈਜੈਂਟਲੀ ਉਹਦੀ ਗਿਣਤੀ 6 ਹੈ। ਅਤੇ ਇਹਨਾਂ 6 ਦੇ ਵਿੱਚ ਜਿਹੜਾ ਸਾਡਾ ਸਭ ਤੋਂ ਪਹਿਲਾ ਮੌਲਿਕ ਅਧਿਕਾਰ ਹੈਗਾ ਉਹ ਹੈਗਾ ਇਕੁਅਲਿਟੀ ਦਾ, ਯਾਨੀ ਕਿ ਸਮਾਨਤਾ ਦਾ ਅਧਿਕਾਰ, ਅਨੁਛੇਦ 14 ਤੋਂ ਲੈ ਕੇ 18 ਤੱਕ। ਇਸ ਤੋਂ ਬਾਅਦ ਦੂਸਰਾ ਹੈਗਾ ਰਾਈਟ ਟੂ ਫਰੀਡਮ, ਇਹ ਹੈਗਾ ਸਾਡਾ ਜੀ 19 ਤੋਂ 22 ਤੱਕ। ਇਸ ਤੋਂ ਬਾਅਦ ਜਿਹੜਾ ਤੀਸਰਾ ਮੌਲਿਕ ਅਧਿਕਾਰ ਹੈਗਾ ਸ਼ੋਸ਼ਣ ਦੇ ਵਿਰੁੱਧ, ਜਿਹਨੂੰ ਅਸੀਂ ਰਾਈਟ ਟੂ ਅਗੇਨਸਟ ਦੀ ਐਕਸਪਲੋਟੇਸ਼ਨ, ਇਹ ਅਨੁਛੇਦ 23 ਅਤੇ 24 ਦੇ ਵਿੱਚ ਲਿਖਿਆ ਗਿਆ ਜੀ।
इस तो बाद चौथा है जिहड़ा धार्मिक सुतंत्रता दा हैगा ते इस नूं असीं अनुच्छेद 25 तो 28 दे विच लिखिया होया जी। फिर इस तो बाद 29 ते जिहड़ा 30 नंबर आर्टिकल है उहदे विच विद्या ते संस्कृति दे बारे दस्सिया गया। तो इस तो इलावा जिहड़ा आर्टिकल नंबर 32 है जिहदे विच सानू सुप्रीम कोर्ट द्वारा जिहड़ी रिट ने जारी की जा सकते हैं, यानी कि मौलिक अधिकारां नूं सुरक्षा देने वास्ते किसी व्यक्ति नूं अगर उहदे मौलिक अधिकार प्राप्त नहीं हुंदे तां उस दे लई असीं सुप्रीम कोर्ट जा सकते हाँ। और ये आर्टिकल 32 ही इस करके इंपॉर्टेंट है क्योंकि मौलिक अधिकारां नूं एक मौलिकता प्रदान करता है कि जेकर किसी व्यक्ति नूं उहदे मौलिक अधिकार नहीं मिलते तो वह कोर्ट जा सकता है। तो और इन्हां मौलिक अधिकारां नूं सुरक्षित करने वास्ते ही जिहड़ी सुप्रीम कोर्ट है वो रिट जारी करती है। और रिटां दे विच असीं पढ़िया होया हैबियस कॉर्पस के बारे पढ़िया होया, क्रिटोरिया के बारे पढ़िया होया, ठीक है। तो ये 5 रिटां ने कुल जिन्हां दे बारे इसकी जिहड़ी व्यवस्था है आर्टिकल 226 दे विच कीती गई है। और फंडामेंटल जिहड़े राइट ने वो अमेरिका के संविधान तो लए गए ने जी, तो ये भी गल नोट कर ली जाए। इस तो बाद पार्ट नंबर 4 डायरैक्टिव प्रिंसीपल ऑफ द स्टेट पॉलिसी अनुच्छेद 36 तो 51 तो इस नूं असीं पंजाबी दे विच बोलदे हां राज दी नीति दे निर्देशक सिद्धांत, तो इस नूं शॉर्ट दे विच DPSP बोलते हैं डायरैक्टिव प्रिंसीपल ऑफ द स्टेट पॉलिसी। ये राज्यां दे लई एक तरह के निर्देश हुंदे हन जो समय समय ते उन्हां नूं उन्हां दे फर्जां दे बारे जाणू करवाउंदे ने कि उन्हां दे आम नागरिकां दे प्रति की फर्ज हन। तो ये साडे आयरलैंड दा जिहड़ा संविधान है आयरलैंड के संविधान तो ही प्रेरित होकर भारतीय संविधान दे विच इन्हां नूं शामिल किया गया। आयरलैंड ने इन्हां ने निर्देशक सिद्धांतां नूं अपने संविधान दे विच 1937 दे विच ऐड कीता सी। ते DPSP दे विच 36 तो लैके 51 अनुच्छेद दे विच जिन्ने भी ये साडे कोल टोटल DPSP दे जिहड़े सिद्धांत हन उन्हां नूं MP शर्मा नाम दे प्रोफैसर ने 4 कैटागरी दे विच डिवाइड किया। हालांकि संविधान दे विच कोई कैटागरी नहीं बना रखी, लेकिन प्रोफैसर MP शर्मा ने इनू समझण वास्ते एक सिंपल वे दे नाल 4 कैटागरी बनाईयां ने। एक कैटागरी उहदे विच हैगी है जनरल कैटागरी, दूजी हैगी है गांधीयन जिहड़े गांधीवादी हन, ठीक है। तो तीसरे हैगे ने इहदे विच सोशलिस्ट यानी कि समाजवादी, तो चौथे हैगे ने इहदे विच अंतरराष्ट्रवादी जिन्हां नूं असीं इंटरनैशनलिस्ट बोलते हैं, ठीक है। तो इहदी जिहड़ी वंड है वो 4 पार्ट दे विच कीती गई है। हालांकि संविधान दे विच इस गल की किते भी व्यवस्था नहीं हैगी कि इहदे 4 पार्ट हैं, उन्होंने डायरैक्टली अनुच्छेद 36 तो लैके 51 तक व्यवस्थित किया गया। पर प्रोफैसर जिहड़ा MP शर्मा है उन्होंने इसकी व्याख्या करने वास्ते इहनूं सिंपल वे नाल समझाउण वास्ते इसनूं 4 कैटेगरी दे विच डिवाइड किया होया। तां जिहड़े ये साडे DPSP ने ये संविधान के पार्ट नंबर 4 दे विच हन 36 तो 51 अनुच्छेद दे विच। इस तो बाद जिहड़ा पार्ट 4 है वो अगे 2 पार्ट दे विच डिवाइड है। एक तो ये हैगा 4 तो दूजा हैगा 4A यानी कि 4 दा A पार्ट। और ये विच साडे जिहड़े मौलिक करतब ने उन्हां दी व्यवस्था की गई है अनुच्छेद 51A दे तहत। तो जिहड़े साडे फंडामेंटल राइट्स ने वो असी साबका जिहड़ा सोवियत संघ है USSR है उस तो प्रेरित होकर भारतीय संविधान दे विच सन 1976 दे विच इहनूं शामिल किया गया। 42वीं सौध के राही पहला इन्हां दी गिणती 10 सी ते हुण इन्हां दी जिहड़ी गिणती है वो 11 है। 86वें संशोधन के राही जिहड़ा 11वां फंडामेंटल जिहड़ी ड्यूटी है इस नूं भारतीय संविधान के इस भाग दे विच दर्ज किया गया। पार्ट 4 दा A पार्ट है जी ये, ठीक है। तो इसनूं एक ही काउंट करांगे। इस तो बाद जिहड़ा 5वां पार्ट है भारतीय संविधान का वो हैगा संघ दे नाल यानी कि केंद्र सरकार के ढांचे नाल है। तो इहदा अनुच्छेद हैगा 52 तो लैके 151 तक। तो आर्टिकल जिहड़ा 52 तो लैके 151 ये संविधान का साडा 5th पार्ट है। तो इहदे विच साडा मेनली प्रेजिडेंट बारे वाइस प्रेजिडेंट दे हुण प्रेजिडेंट की जिहड़ी व्यवस्था है वो आर्टिकल 52 तो लैके 62 तक है। तो जिहड़ा साडा वाइस प्रेजिडेंट है उहदी 52 तो लैके 73 तक है। तो इस तो बाद जिहड़ा साडा कैबिनेट मंत्री ने यानी कि मंत्री परिषद की व्यवस्था 74 दे विच है। तो जिहड़ा प्राइम मिनिस्टर है उहदी व्यवस्था 75 दे विच है। और इस तो इलावा जिहड़ा अटारनी जनरल है इहदी जिहड़ी व्यवस्था है 76 दे विच है। इस तरीके नाल जिहड़ा राज्य सभा है उहदी व्यवस्था आर्टिकल 80 दे विच है। तो फिर उस तो बाद लोक सभा है। तो कुल मिला के ये जिहड़ा 52 तो लैके 151 तक
ਇਹ ਪੂਰੇ ਦਾ ਪੂਰਾ ਜਿਹੜਾ ਸਾਡਾ ਪਾਰਟ ਹੈ ਉਹ ਸੈਂਟਰ ਗੌਰਮੈਂਟ ਨਾਲ ਹੈ, ਜਿਵੇਂ ਕਿ ਸੁਪਰੀਮ ਕੋਰਟ 124 ਦੇ ਵਿੱਚ ਲਿਖਿਆ ਹੋਇਆ, ਠੀਕ ਹੈ। ਅਤੇ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦਾ ਹੈ 123 ਦੇ ਵਿੱਚ ਲਿਖਿਆ ਹੋਇਆ। ਤਾਂ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਆਰਟੀਕਲਸ ਨੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ, ਤਾਂ ਉਹ ਇਸ ਪਾਰਟ ਦੇ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ, ਜੋ ਕਿ ਕੇਂਦਰ ਸਰਕਾਰ ਦੇ ਢਾਂਚੇ ਨਾਲ ਸੰਬੰਧ ਰੱਖਦੇ ਹਨ। ਤਾਂ ਇਹ ਸੀ ਜੀ ਸਾਡੇ ਸੰਵਿਧਾਨ ਦਾ ਪਾਰਟ ਨੰਬਰ 5। ਆਰਟੀਕਲ ਯਾਦ ਰੱਖੋਗੇ 52 ਤੋਂ ਲੈ ਕੇ 151 ਤੱਕ। ਅਤੇ ਇਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਕਿ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਮੰਤਰੀ ਮੰਡਲ, ਇਸ ਤੋਂ ਇਲਾਵਾ PM ਅਤੇ ਸੁਪਰੀਮ ਕੋਰਟ ਦਾ ਜਿਹੜਾ ਢਾਂਚਾ ਹੈ, ਇਹਦੇ ਬਾਰੇ ਪੂਰੀ ਵਿਆਖਿਆ ਹੈ ਜਿਹੜੀ ਇਸ ਆਰਟੀਕਲ ਦੇ ਪਾਰਟ ਦੇ ਵਿੱਚ ਕੀਤੀ ਗਈ ਹੈ। ਇਹ ਪਾਰਟ ਸਾਡਾ 5ਵਾਂ ਹੈ। ਇਸ ਤੋਂ ਬਾਅਦ ਪਾਰਟ ਨੰਬਰ 6 ਹੈ, ਜਿਹਦੇ ਵਿੱਚ ਰਾਜਾਂ ਦੇ ਬਾਰੇ ਦੱਸਿਆ ਗਿਆ ਹੈ, ਅਤੇ ਇਹਦਾ ਅਨੁਛੇਦ ਹੈਗਾ 152 ਤੋਂ ਲੈ ਕੇ 237 ਤੱਕ। ਇਹਦੇ ਵਿੱਚ ਮੇਨਲੀ ਗਵਰਨਰ ਦੇ ਬਾਰੇ, ਰਾਜਾਂ ਦੇ ਗਵਰਨਰ ਦੇ ਬਾਰੇ, ਗਵਰਨਰ ਤੋਂ ਇਲਾਵਾ ਰਾਜਾਂ ਦੇ CM ਦੇ ਬਾਰੇ, ਅਤੇ ਇਸ ਤੋਂ ਇਲਾਵਾ ਜਿਹੜੀਆਂ ਹਾਈ ਕੋਰਟਸ ਨੇ ਉਹਨਾਂ ਬਾਰੇ ਦੱਸਿਆ ਗਿਆ ਹੈ। ਰਾਜਪਾਲ ਦੁਆਰਾ ਜਿਹੜਾ ਅਧਿਆਦੇਸ਼ ਜਾਰੀ ਕੀਤਾ ਜਾਂਦਾ ਉਹਦੇ ਬਾਰੇ ਦੱਸਿਆ ਗਿਆ। ਤਾਂ ਇਹ ਜਿਹੜੀ ਪੂਰੀ ਵਿਵਸਥਾ ਹੈ ਆਰਟੀਕਲ 152 ਤੋਂ ਲੈ ਕੇ 237 ਤੱਕ, ਇਹ ਸਾਡੀ ਸੰਬੰਧ ਰੱਖਦੀ ਹੈ ਜੀ ਸਟੇਟਾਂ ਦੇ ਪ੍ਰਬੰਧ ਬਾਰੇ, ਰਾਜਾਂ ਦੇ ਪ੍ਰਬੰਧ ਬਾਰੇ। ਇਸ ਤੋਂ ਬਾਅਦ ਜਿਹੜਾ ਆਰਟੀਕਲ 7 ਹੈ, ਬੜਾ ਇੰਪੋਰਟੈਂਟ ਹੈ ਕੁਐਸਚਨ, ਕਿਉਂਕਿ ਹੁਣ ਜਿਹੜਾ ਆਰਟੀਕਲ 7 ਹੈ ਸਾਡੇ ਭਾਰਤੀ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ, ਅਤੇ ਭਾਗ 7ਵਾਂ ਅਤੇ ਆਰਟੀਕਲ ਹੈ ਜੀ ਇਹਦਾ 238। ਅਤੇ ਇਹਦੇ ਵਿੱਚ ਲਿਖਿਆ ਕੀ ਗਿਆ ਸੀ ਕਿ ਜਦੋਂ ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੋਇਆ, ਤਾਂ ਉਸ ਸਮੇਂ ਸਾਡੇ ਇੰਡੀਆ ਦੇ ਵਿੱਚ ਕੁੱਲ 4 ਤਰ੍ਹਾਂ ਦੀ ਸਟੇਟਾਂ ਸਨ, ਯਾਨੀ ਕਿ ਸਾਡਾ ਭਾਰਤ 4 ਕੈਟਾਗਰੀ ਦੇ ਵਿੱਚ ਪੂਰਾ ਡਿਵਾਈਡ ਸੀ, ਪ੍ਰਸ਼ਾਸਨ ABCD। ਹੁਣ ਏ ਦੇ ਵਿੱਚ ਤਾਂ ਟੋਟਲ 9 ਸਟੇਟਾਂ ਆਉਂਦੀਆਂ ਸੀ, ਜਿਵੇਂ ਕਿ ਬੰਬੇ ਸੀ, ਮਦਰਾਸ ਸੀ, ਜਿਹੜੀਆਂ ਵੱਡੀਆਂ ਸਟੇਟਾਂ ਸਨ। ਤਾਂ ਉਹ 9 ਸਟੇਟਾਂ ਸੀ ਜਿਹੜੀਆਂ ਉਹ ਕੈਟਾਗਰੀ 1 ਦੇ ਵਿੱਚ ਫਿੱਟ ਕੀਤੀਆਂ ਗਈਆਂ ਸੀ, ਯਾਨੀ ਕਿ A ਦੇ ਵਿੱਚ। ਇਹਦੇ ਵਿੱਚ ਸਾਡੀਆਂ ਜਿੰਨੀਆਂ ਵੀ ਦੇਸੀ ਰਿਆਸਤਾਂ ਸੀ, ਰਾਜੇ ਮਹਾਰਾਜੇ ਦੀਆਂ ਵੱਡੀਆਂ ਰਿਆਸਤਾਂ, ਜਿਵੇਂ ਕਿ ਮਦਰਾਸ ਸੀ, ਜੰਮੂ ਕਸ਼ਮੀਰ ਸੀ, ਜੂਨਾਗੜ੍ਹ ਸੀ, ਤਾਂ ਇਹਨਾਂ ਨੂੰ ਅਸੀਂ B ਕੈਟਾਗਰੀ ਦੇ ਵਿੱਚ ਰੱਖਿਆ ਸੀ, ਦੇਸੀ ਰਿਆਸਤਾਂ। ਅਤੇ ਜਦੋਂ ਸੰਨ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ, ਹੁਣ ਇਸ ਤੋਂ ਬਾਅਦ ਇੱਕ ਇਹ ਵੀ ਦੱਸ ਦਿੰਦੇ ਹਾਂ ਕਿ C ਕੈਟਾਗਰੀ ਦੇ ਵਿੱਚ ਕਿਹੜੀਆਂ ਸਟੇਟਾਂ ਆਉਂਦੀਆਂ ਸੀ। ਤਾਂ C ਦੇ ਵਿੱਚ ਆਉਂਦੇ ਸਨ ਚੀਫ ਕਮਿਸ਼ਨਰ ਏਰੀਆ, ਜਿਨ੍ਹਾਂ ਦੇ ਉੱਤੇ ਚੀਫ ਕਮਿਸ਼ਨਰ ਦਾ ਹੱਕ ਹੁੰਦਾ ਸੀ, ਜਿਵੇਂ ਅਜਮੇਰ, ਮੇਵਾੜ, ਬਲੋਚਿਸਤਾਨ, ਅਤੇ ਇਸ ਤੋਂ ਇਲਾਵਾ ਕੁਰਗ ਸੀ, ਦਿੱਲੀ ਸੀ, ਇਹਨਾਂ ਨੂੰ ਅਸੀਂ ਬੋਲਦੇ ਸੀ ਚੀਫ ਕਮਿਸ਼ਨਰ ਏਰੀਆ, ਅਤੇ ਇਹ C ਕੈਟਾਗਰੀ ਦੇ ਵਿੱਚ ਆਉਂਦੀਆਂ ਸਨ। ਅਤੇ D ਕੈਟਾਗਰੀ ਜਿਹੜੀ ਲਾਸਟ ਕੈਟਾਗਰੀ ਹੈ, ਇਹਦੇ ਵਿੱਚ ਆਉਂਦੀਆਂ ਸਨ UT, ਯਾਨੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼। ਤਾਂ ਇਸ ਦੀ ਵਿਵਸਥਾ ਹੈ ਜਿਹੜੀ ਆਰਟੀਕਲ 238 ਦੇ ਵਿੱਚ ਕੀਤੀ ਗਈ ਸੀ ਜਦੋਂ ਸੰਵਿਧਾਨ ਬਣਾਇਆ ਗਿਆ ਸੀ। ਪਰ ਜਦੋਂ ਸੰਨ 1953 ਦੇ ਵਿੱਚ SRC ਕਮਿਸ਼ਨ ਦੀ ਸਥਾਪਨਾ ਕੀਤੀ ਗਈ ਫਜ਼ਲ ਅਲੀ ਦੇ ਅੰਡਰ ਦੇ, ਤਾਂ ਭਾਰਤ ਦਾ ਜਿਹੜਾ ਨਕਸ਼ਾ ਦੁਬਾਰਾ ਬਣਾਇਆ ਗਿਆ ਸੀ। ਤਾਂ 1956 ਦੇ ਵਿੱਚ ਭਾਰਤੀ ਸੰਵਿਧਾਨ ਦੀ 7ਵੀਂ ਅਮੈਂਡਮੈਂਟ ਦੇ ਵਿੱਚ ਜਿਹੜਾ ਭਾਰਤ ਦਾ ਮੈਪ ਸੀ ਉਹਨੂੰ ਦੁਬਾਰਾ ਤੋਂ ਅਪਲਾਈ ਕੀਤਾ ਗਿਆ, ਅਤੇ ਉਹਦੇ ਵਿੱਚ ਜਿਹੜਾ ਸਟੇਟਾਂ ਸੀ ਦੇਸੀ ਰਿਆਸਤਾਂ ਵਾਲੀਆਂ, ਉਹਨਾਂ ਨੂੰ ਮਿਲਣ ਵਾਲੀਆਂ ਜਿਹੜੀਆਂ ਸੁਵਿਧਾਵਾਂ ਸੀ, ਜਿਵੇਂ ਕਿ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਸੀ, ਜਾਂ ਉਹਨਾਂ ਨੂੰ ਤਗਮੇ ਦਿੱਤੇ ਜਾਂਦੇ ਸੀ, ਸਨਮਾਨਿਤ ਕੀਤਾ ਜਾਂਦਾ ਸੀ। ਤਾਂ ਇਹ ਜਿਹੜੀ ਵਿਵਸਥਾ ਹੈ 1956 ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਕੈਟਾਗਰੀ ਨੂੰ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ, ਅਤੇ ਭਾਰਤ ਦੇ ਸੰਵਿਧਾਨ ਦਾ ਜਿਹੜਾ 7ਵਾਂ ਭਾਗ ਹੈ ਉਹ ਸੰਵਿਧਾਨ ਦੇ ਵਿੱਚੋਂ ਖਾਰਿਜ ਕਰਤਾ। 7ਵੇਂ ਭਾਗ ਦੇ ਨਾਲ ਨਾਲ ਜਿਹੜਾ ਆਰਟੀਕਲ 238 ਹੈ, ਇਹ ਵੀ ਭਾਰਤੀ ਸੰਵਿਧਾਨ ਦੇ ਵਿੱਚੋਂ ਹਟਾ ਦਿੱਤਾ ਗਿਆ। ਤਾਂ ਹੁਣ ਭਾਰਤੀ ਸੰਵਿਧਾਨ ਦੇ ਵਿੱਚ 7ਵਾਂ ਪਾਰਟ ਇਸ ਸਮੇਂ ਅਵੇਲੇਬਲ ਨਹੀਂ ਹੈ। ਇਹਨੂੰ ਸੰਨ 1956 ਦੇ ਵਿੱਚ 7th ਜਿਹੜੀ ਅਮੈਂਡਮੈਂਟ ਹੋਈ ਸੀ ਉਹਦੇ ਤਹਿਤ ਇਸ ਨੂੰ ਹਟਾ ਦਿੱਤਾ ਗਿਆ। ਅਤੇ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਹੁਣ ਭਾਰਤ ਦੇ ਸੰਵਿਧਾਨ ਦੇ ਵਿੱਚ ਪਾਰਟ 7 ਨਹੀਂ ਰਿਹਾ, ਔਰ ਪਾਰਟ 7 ਦੇ ਵਿੱਚ ਉਹ ਸਟੇਟਾਂ ਆਉਂਦੀਆਂ ਸਨ ਜਿਨ੍ਹਾਂ ਨੂੰ ਦੇਸੀ ਰਿਆਸਤਾਂ ਦਾ ਨਾਮ ਦਿੱਤਾ ਜਾਂਦਾ ਸੀ, ਅਤੇ ਦੇਸੀ ਰਿਆਸਤਾਂ ਨੂੰ ਮਿਲਣ ਵਾਲੀਆਂ ਜਿੰਨੀਆਂ ਵੀ ਸੁਵਿਧਾਵਾਂ ਸਨ ਉਹਨਾਂ ਨੂੰ ਪੂਰੀ ਤਰੀਕੇ ਨਾਲ ਤਾਂ ਖਤਮ ਕੀਤਾ ਗਿਆ ਸੰਨ 1971 ਦੇ ਵਿੱਚ ਪ੍ਰੀਵੀ ਪਰਸ ਪਾਲਿਸੀ ਦੇ ਤਹਿਤ। ਲੇਕਿਨ ਇੱਥੇ ਬਹੁਤ ਕੁਝ ਬਦਲਾਵ ਨੇ ਜਿਹੜੇ ਕੀਤੇ ਗਏ ਸੀ, ਦੇਸੀ ਰਿਆਸਤਾਂ ਦਾ ਜਿਹੜਾ ਕੈਟਾਗਰੀ ਸੀ ਉਸ ਨੂੰ ਹਟਾ ਦਿੱਤਾ ਗਿਆ, ਅਤੇ ਇਹ ਭਾਰਤੀ ਸੰਵਿਧਾਨ ਦੇ ਵਿੱਚ ਇੱਕ ਬਹੁਤ ਵੱਡਾ ਸੰਸ਼ੋਧਨ ਹੈ ਜਿਹੜਾ ਉਹ ਨਹਿਰੂ ਦੁਆਰਾ ਕੀਤਾ ਗਿਆ ਸੀ। ਤਾਂ ਇਹ ਯਾਦ ਰੱਖੋਗੇ ਦਾ ਆਰਟੀਕਲ ਹੈਗਾ 238, ਸਿਰਫ ਇੱਕੋ ਆਰਟੀਕਲ ਸੀ ਇਹਦੇ ਵਿੱਚ, ਅਤੇ ਇਹੀ ਆਰਟੀਕਲ ਜਿਹੜਾ 238 ਪਾਰਟ 7 ਵੀ ਹਟ ਗਿਆ, ਅਤੇ ਪਾਰਟ 7 ਦੇ ਹਟਣ ਦੇ ਨਾਲ ਨਾਲ ਇਹ ਆਰਟੀਕਲ ਵੀ ਭਾਰਤੀ ਸੰਵਿਧਾਨ ਦੇ ਵਿੱਚੋਂ ਖਾਰਿਜ ਜਿਹੜਾ ਉਹ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਸੰਵਿਧਾਨ ਦਾ ਪਾਰਟ ਨੰਬਰ 8 ਹੈ, ਜਿਹਦੇ ਵਿੱਚ ਯੂਨੀਅਨ ਟੈਰੀਟਰੀ ਯਾਨੀ ਕਿ ਯੂਟੀਜ਼ ਨੇ ਜਿਹੜੀਆਂ ਸਾਡੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ 239 ਤੋਂ ਲੈ ਕੇ 242 ਤੱਕ ਇਹਨਾਂ ਦੀ ਵਿਆਖਿਆ ਹੈ ਜਿਹੜੀ ਇਸ ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਅਤੇ ਇਹਦੇ ਵਿੱਚ ਸਾਨੂੰ ਪਤਾ ਹੈ ਕਿ ਟੋਟਲ ਇਸ ਸਮੇਂ ਮੌਜੂਦਾ ਸਮੇਂ ਸਾਡੇ ਭਾਰਤ ਦੇ ਵਿੱਚ 8 ਯੂਨੀਅਨ ਟੈਰੀਟਰੀ ਨੇ ਅਤੇ ਇਹਨਾਂ 8 ਦੀ ਜਿਹੜੀ ਵਿਆਖਿਆ ਹੈ ਉਹ ਇਸ ਭਾਗ ਦੇ ਵਿੱਚ ਭਾਗ 8 ਦੇ ਵਿੱਚ ਜਿਹੜੀ ਉਹ ਕੀਤੀ ਗਈ ਹੈ। ਇਸ ਤੋਂ ਬਾਅਦ ਜੀ ਨੈਕਸਟ ਹੈਗਾ ਸਾਡੇ ਕੋਲ ਪਾਰਟ ਨੰਬਰ 9। ਪਾਰਟ 9 ਹੈ ਜਿਹੜਾ ਉਹ 239 ਪਾਰਟ 9 ਹੈ ਜਿਹੜਾ ਆਰਟੀਕਲ 239 ਤੋਂ ਲੈ ਕੇ ਆਰਟੀਕਲ 242 ਤੱਕ ਜਿਹੜਾ ਬਿਲੋਂਗ ਕਰਦਾ 239 ਤੋਂ 242 ਸੌਰੀ ਇਹ ਯੂਨੀਅਨ ਟੈਰੀਟਰੀ ਦਾ ਸੀ। ਅਤੇ ਆਪਣਾ ਜਿਹੜਾ ਨੈਕਸਟ ਜਿਹੜਾ 9ਵਾਂ ਪਾਰਟ ਹੈ ਉਹ 243 ਤੋਂ ਲੈ ਕੇ 243 ਓ ਤੇ ਉੱਤੇ ਕੰਪਲੀਟ ਹੋਏਗਾ। ਅਤੇ ਇਹ ਸੰਵਿਧਾਨ ਦਾ ਸਾਡਾ 9th ਪਾਰਟ ਹੈ ਅਤੇ ਇਹਦੇ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ ਹੈ। ਸਾਡੇ ਜਿਹੜੀ ਪਿੰਡਾਂ ਦੇ ਵਿੱਚ ਜਿਹੜੀਆਂ ਲੋਕਲ ਪੰਚਾਇਤਾਂ ਬਣਦੀਆਂ ਨੇ ਪੇਂਡੂ ਖੇਤਰ ਦੇ ਵਿੱਚ ਉਹਨਾਂ ਦੀ ਵਿਵਸਥਾ ਜਿਹੜੀ ਆਰਟੀਕਲ 243 ਤੋਂ ਲੈ ਕੇ 243 ਓ ਤੱਕ ਕੀਤੀ ਗਈ ਹੈ। ਅਤੇ ਪੰਚਾਇਤੀ ਰਾਜ ਬਾਰੇ ਥੋੜ੍ਹੀ ਜਿਹੀ ਡਿਟੇਲ ਹੋਰ ਦੱਸ ਦਿੱਤੀ ਜਾਵੇ ਕਿ ਪੰਚਾਇਤੀ ਰਾਜ ਵਾਸਤੇ ਜਿਹੜੀ ਸਭ ਤੋਂ ਪਹਿਲਾਂ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦਾ ਨਾਮ ਸੀ ਸੰਨ 1957 ਦੇ ਵਿੱਚ ਬਣੀ ਸੀ ਬਲਵੰਤ ਰਾਏ ਮਹਿਤਾ ਕਮੇਟੀ। ਬਲਵੰਤ ਰਾਏ ਮਹਿਤਾ ਕਮੇਟੀ 3 ਟਾਇਰ ਸਿਸਟਮ। ਅਤੇ ਬਲਵੰਤ ਰਾਏ ਮਹਿਤਾ ਕਮੇਟੀ ਦੀ ਸਿਫਾਰਿਸ਼ ਦੇ ਉੱਤੇ ਹੀ ਪਹਿਲੀ ਵਾਰੀ 2 ਅਕਤੂਬਰ ਤਰੀਕ ਨੋਟ ਕਰ ਲਿਓ, ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ। 2 ਅਕਤੂਬਰ ਸੰਨ 1959 ਦੇ ਵਿੱਚ ਰਾਜਸਥਾਨ ਦਾ ਜਿਹੜਾ ਨਾਗੌਰ ਜ਼ਿਲ੍ਹਾ ਹੈ ਉਹਦੇ ਵਿੱਚ ਪਹਿਲੀ ਵਾਰੀ ਪੰਚਾਇਤ ਦੇ ਜਿਹੜੇ ਇਲੈਕਸ਼ਨ ਨੇ ਉਹ ਰਾਜਸਥਾਨ ਦੇ ਵਿੱਚ ਕਰਵਾਏ ਗਏ ਸੀ। ਤਾਂ ਇਹ ਤਰੀਕ ਨੋਟ ਰੱਖ ਲਿਓ 2 ਅਕਤੂਬਰ 1959 ਮਹਾਤਮਾ ਗਾਂਧੀ ਦੀ ਉਸ ਦਿਨ ਜਿਹੜੀ ਜਯੰਤੀ ਸੀ, ਜਨਮ ਦਿਹਾੜਾ ਸੀ। ਅਤੇ ਉਸ ਦਿਨ ਜਿਹੜਾ ਰਾਜਸਥਾਨ ਦਾ ਜਿਹੜਾ ਨਾਗੌਰ ਡਿਸਟ੍ਰਿਕਟ ਉਹਦੇ ਵਿੱਚ ਪਹਿਲੀ ਵਾਰੀ ਭਾਰਤ ਦੇ ਵਿੱਚ ਪੰਚਾਇਤੀ ਰਾਜ ਦੇ ਜਿਹੜੇ ਚੁਣਾਵ ਨੇ ਜਿਹੜੇ ਇਲੈਕਸ਼ਨ ਨੇ ਉਹ ਕਰਵਾਏ ਗਏ ਸੀ। ਅਤੇ ਉਸ ਤੋਂ ਬਾਅਦ 73ਵੇਂ ਸੰਸ਼ੋਧਨ ਦੇ ਰਾਹੀਂ ਸੰਨ 1993 ਦੇ ਵਿੱਚ ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਦਾਖਲ ਕਰ ਲਿਆ ਗਿਆ ਸੀ। ਉਸ ਸਮੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਨ ਨਰਸਿਮਹਾ ਰਾਓ। ਤਾਂ ਉਹਨਾਂ ਨੇ 1993 ਦੇ ਵਿੱਚ ਜਿਹੜੀ ਇੱਕ ਕਮੇਟੀ ਉਸ ਤੋਂ ਪਹਿਲਾਂ ਬਣੀ ਸੀ LM ਸਿੰਘਵੀ ਜਿਹੜੀ ਕਮੇਟੀ ਬਣੀ ਸੀ ਉਹਦੀ ਸਿਫਾਰਿਸ਼ ਦੇ ਉੱਤੇ ਹੀ ਸੰਨ 1999 ਦੇ ਵਿੱਚ ਇਹ ਕਮੇਟੀ ਬਣਾਈ ਗਈ ਸੀ। ਅਤੇ ਇਹਦੀ ਸਿਫਾਰਿਸ਼ ਦੇ ਉੱਤੇ ਹੀ ਜਿਹੜੀ ਇਹ ਪੰਚਾਇਤੀ ਰਾਜ ਦੀ ਜਿਹੜੀ ਵਿਵਸਥਾ ਹੈ ਉਹ ਸਾਡੇ ਭਾਰਤੀ ਸੰਵਿਧਾਨ ਦੇ ਵਿੱਚ ਕੀਤੀ ਗਈ। ਇਸ ਤੋਂ ਪਹਿਲਾਂ ਇੱਕ ਅਸ਼ੋਕ ਮਹਿਤਾ ਕਮੇਟੀ ਵੀ ਬਣੀ ਸੀ ਸੰਨ 1984 ਦੇ ਵਿੱਚ, ਪਰ LM ਸਿੰਘਵੀ ਦੀ ਜਿਹੜੀ ਸਿਫਾਰਿਸ਼ ਨੇ ਉਹਨੂੰ ਮੰਨਦੇ ਹੋਏ ਇਸ ਨੂੰ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ। ਹਾਲਾਂਕਿ ਜਿਹੜਾ ਬਲਵੰਤ ਰਾਏ ਕਮੇਟੀ ਹੈ ਜਿਹੜੀ ਮਹਿਤਾ ਕਮੇਟੀ 57 ਵਾਲੀ ਉਹਦੀਆਂ ਸਿਫਾਰਿਸ਼ਾਂ ਨੂੰ ਜ਼ਿਆਦਾ ਇਹਦੇ ਵਿੱਚ ਅਪਲਾਈ ਕੀਤਾ ਗਿਆ ਸੀ, ਪਰ ਫਿਰ ਵੀ ਮੰਨਿਆ ਜਾਂਦਾ ਕਿ LM ਸਿੰਘਵੀ ਦੀ ਜਿਹੜੀ ਸਿਫਾਰਿਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਹੀ ਪੰਚਾਇਤੀ ਰਾਜ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਇਸ ਨੂੰ ਸ਼ਾਮਿਲ ਕੀਤਾ ਗਿਆ। ਇਸ ਤੋਂ ਬਾਅਦ ਜਿਹੜਾ 9th ਪਾਰਟ ਹੈ ਉਸ ਨੂੰ ਅੱਗੇ ਫਿਰ ਡਿਵਾਈਡ ਕੀਤਾ ਗਿਆ। ਉਹਦਾ ਪਾਰਟ 1 ਬਣਾਇਆ ਗਿਆ ਹੈ 9th A, ਯਾਨੀ ਕਿ 9ਵੇਂ ਦਾ ਫਿਰ ਅੱਗੇ A ਪਾਰਟ ਹੈ ਜਿਸ ਨੂੰ ਨਗਰ ਪਾਲਿਕਾ ਦੇ ਨਾਲ ਸੰਬੰਧਿਤ ਕੀਤਾ ਜਾਂਦਾ ਹੈ। ਅਤੇ ਨਗਰ ਪਾਲਿਕਾ ਦੀ ਜਿਹੜੀ ਵਿਵਸਥਾ ਹੈ ਉਹ ਆਰਟੀਕਲ 243 P ਤੋਂ ਲੈ ਕੇ 243 ZG ਤੱਕ ਹੈ। ਹੁਣ ਇਹ P ਤੋਂ ਲੈ ਕੇ ZG ਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੋਇਆ ਕਿ 243 ਪਹਿਲਾਂ P ਲਿਖਿਆ ਹੋਇਆ, P ਤੋਂ ਬਾਅਦ Q R S T U V W X Y Z, ਜਿੱਥੇ Z ਖਤਮ ਹੁੰਦਾ ਨਾਲ ਦੇ ਨਾਲ ਚੱਲ ਪਏਗਾ ZA ZB, ਫਿਰ ਉਸ ਤੋਂ ਬਾਅਦ ZC ਅਤੇ ਇਹ ਜਾ ਕੇ ਖਤਮ ਹੋਏਗਾ ਤੁਹਾਡਾ ZH 'ਤੇ। ਠੀਕ ਹੈ ਜੀ। C ਤੋਂ ਬਾਅਦ ਜਿਵੇਂ D E F G H। ਅਤੇ ਇਹਦੇ ਦੇਖੋ ਟੋਟਲ ਆਰਟੀਕਲ ਕਿੰਨੇ ਬਣ ਗਏ 1 2 3 4 5 6 7 8 9 10 11 12 13 14 15 16 17। ਤਾਂ ਲਗਭਗ ਇਹ 17 18 ਜਿਹੜੇ ਆਰਟੀਕਲਸ ਨੇ ਉਹ ਸੰਵਿਧਾਨ ਦੇ ਇਸ ਪਾਰਟ ਦੇ ਵਿੱਚ ਕੀਤੇ ਗਏ ਨੇ। ਅਤੇ ਇਹਦੇ ਵਿੱਚ ਜਿਹੜੀ ਪੰਚਾਇਤਾਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਬਣਦੀਆਂ ਨੇ ਅਤੇ ਜਿਹੜੀਆਂ ਮੁਨਸੀਪਲ ਕਮੇਟੀਆਂ ਜਿਸ ਨੂੰ ਅਸੀਂ ਨਗਰ ਪਾਲਿਕਾ ਕਹਿੰਦੇ ਹਾਂ, ਤਾਂ ਇਹ ਨਗਰ ਪਾਲਿਕਾ ਦੀ ਜਿਹੜੀ ਵਿਵਸਥਾ ਹੈ ਉਹ ਆਰਟੀਕਲ 243 ਤੋਂ ਲੈ ਕੇ 243 ZG ਤੱਕ ਹੈ। ਅਤੇ ਇਹਦੇ ਵਿੱਚ ਜਿਹੜੀ ਨਗਰ ਪਾਲਿਕਾ ਹੈ ਉਸ ਨੂੰ ਵੀ 3 ਲੈਵਲ 'ਤੇ ਕੀਤਾ ਗਿਆ। ਸਭ ਤੋਂ ਪਹਿਲਾਂ ਆਉਂਦੀ ਉਹਦੇ ਵਿੱਚ ਨਗਰ ਪੰਚਾਇਤ, ਫਿਰ ਉਸ ਤੋਂ ਬਾਅਦ ਆਉਂਦੀ ਉਹਦੇ ਵਿੱਚ ਨਗਰ ਪ੍ਰੀਸ਼ਦ, ਅਤੇ ਉਸ ਤੋਂ ਬਾਅਦ ਆਉਂਦਾ ਉਹਦੇ ਵਿੱਚ ਨਗਰ ਨਿਗਮ। ਇਹ ਵੱਡੇ ਸ਼ਹਿਰਾਂ ਵਾਸਤੇ ਹੁੰਦੀ ਹੈ ਅਤੇ ਇਹਦੇ ਹੈੱਡ ਨੂੰ ਅਸੀਂ ਬੋਲਦੇ ਹਾਂ ਮੇਅਰ। ਇਹ ਪ੍ਰਸ਼ਨ ਵੀ ਪਹਿਲਾਂ ਜਿਹੜਾ ਮਾਸਟਰ ਕੈਡਰ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ।
ਇਸ ਤੋਂ ਬਾਅਦ 1/9 ਦਾ ਬੀ ਪਾਰਟ ਵੀ ਹੈਗਾ, ਜਿਹਦੇ ਵਿੱਚ ਪਿੰਡਾਂ 'ਚ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੇ ਬਣਾਈਆਂ ਜਾ ਸਕਦੀਆਂ ਨੇ। ਹਾਲਾਂਕਿ ਆਰਟੀਕਲ ਦੇਖਿਆ ਜਾਵੇ ਹੈ ਤਾਂ ਲੋਕਲ ਪੰਚਾਇਤਾਂ ਨਾਲ ਹੀ ਜੁੜਿਆ ਹੋਇਆ, ਪਰ ਇਸ ਆਰਟੀਕਲ ਨੂੰ ਬਹੁਤ ਜ਼ਿਆਦਾ ਸੰਵਿਧਾਨ ਦੇ ਵਿੱਚ ਖਿੱਚਿਆ ਗਿਆ ਅਤੇ ਇਹਦੀ ਜਿਹੜੀ ਵਿਵਸਥਾ ਹੈ 243 ਜੀ 'ਤੇ ਖ਼ਤਮ ਹੋਈ ਸੀ। ਜੀ ਤੋਂ ਬਾਅਦ ਐਚ ਤੋਂ ਲੈ ਕੇ ਤੇ ਟੀ ਤੱਕ, ਜਿਵੇਂ ਇਹਦੇ ਵਿੱਚ HIJKLMN ਤੇ ਇਹ ਲੈ ਕੇ ਲਾਸਟ ਤੱਕ ਟੀ ਤੱਕ ਪਹੁੰਚੇਗਾ ਅਤੇ ਇਹਦੇ ਵਿੱਚ ਅਸੀਂ ਕੋਆਪਰੇਟਿਵ ਸੁਸਾਇਟੀ ਦੀ ਜਿਹੜੀ ਵਿਆਖਿਆ ਹੈ ਉਹ ਕੀਤੀ ਹੋਈ ਹੈ। ਇਸ ਤੋਂ ਬਾਅਦ ਜਿਹੜਾ 10ਵਾਂ ਪਾਰਟ ਹੈ ਉਹ ਸ਼ਡਿਊਲ ਟਰਾਈਬ ਅਤੇ ਜਿਹੜੇ ਸ਼ਡਿਊਲ ਕਾਸਟ ਅਤੇ ਜਿਹੜੇ ਟਰਾਈਬ ਜਿਹੜੇ ਏਰੀਆ ਨੇ, ਯਾਨੀ ਕਿ ਜਨਜਾਤੀ ਜਿਹੜੇ ਏਰੀਆ ਨੇ, ਜਿਵੇਂ ਕਿ ਉੜੀਸਾ ਵਾਲੀ ਸਾਈਡ ਹੋ ਗਿਆ, ਮੇਘਾਲਿਆ ਵਾਲੀ ਸਾਈਡ ਹੋ ਗਿਆ, ਨਾਗਾਲੈਂਡ ਹੋ ਗਿਆ, ਤਾਂ ਇਹਨਾਂ ਦੀ ਜਿਹੜੀ ਵਿਵਸਥਾ ਹੈ ਉਹ ਆਰਟੀਕਲ 244 ਅਤੇ ਇੱਥੇ ਨੂੰ ਠੀਕ ਕਰ ਲਿਓ, ਇਹ ਹੈ 244A। ਇਹਨਾਂ ਦੇ ਵਿੱਚ ਜਿਹੜੀ ਵਿਵਸਥਾ ਹੈ ਉਹ ਸ਼ਡਿਊਲ ਅਤੇ ਟਰਾਈਬ ਏਰੀਏ ਦੇ ਬਾਰੇ ਦੇ ਵਿੱਚ ਵਿਆਖਿਆ ਕੀਤੀ ਗਈ ਹੈ। ਤਾਂ ਇਹ ਸੰਵਿਧਾਨ ਦਾ ਜਿਹੜਾ ਪਾਰਟ ਨੰਬਰ 10 ਹੈ। ਤਾਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੰਵਿਧਾਨ ਦੇ ਸਿਰਫ ਅੱਜ ਟੋਟਲ 10 ਜਿਹੜੇ ਪਾਰਟ ਨੇ ਉਹਨਾਂ ਬਾਰੇ ਹੀ ਇਹਨਾਂ ਦੀ ਵਿਆਖਿਆ ਕੀਤੀ ਹੈ। ਇਸ ਤੋਂ ਬਾਅਦ ਜਿਹੜੀ ਨੈਕਸਟ ਵੀਡੀਓ ਹੋਏਗੀ ਉਹਦੇ ਵਿੱਚ ਮੈਂ ਤੁਹਾਨੂੰ ਸੰਵਿਧਾਨ ਦੇ ਜਿਹੜੇ ਬਾਕੀ ਜਿਹੜੇ 12 ਪਾਰਟ ਨੇ, ਕੋਸ਼ਿਸ਼ ਕਰਾਂਗੇ ਕਿ 2 ਵੀਡੀਓ ਦੇ ਵਿੱਚ ਹੀ ਜਿਹੜਾ ਪਾਰਟ ਸਾਡਾ ਕੰਪਲੀਟ ਹੋ ਜੇ ਅਤੇ ਉਸ ਤੋਂ ਬਾਅਦ ਅਸੀਂ ਸੰਵਿਧਾਨ ਦੇ ਜਿਹੜੇ ਨੈਕਸਟ ਪਾਰਟ ਨੇ ਉਹਨਾਂ ਦੇ ਬਾਰੇ ਵਿਆਖਿਆ ਕਰਾਂਗੇ। ਤਾਂ ਅੱਜ ਦੀ ਜਿਹੜੀ ਵੀਡੀਓ ਹੈ ਉਹ ਸੰਵਿਧਾਨ ਦੇ ਟੋਟਲ ਪਹਿਲੇ 10 ਪਾਰਟਾਂ ਦੇ ਬਾਰੇ ਸੀ ਅਤੇ ਇਹਦੇ ਨਾਲ ਕਿਹੜੇ ਅਨੁਛੇਦ ਨੇ। ਬੜਾ ਹੀ ਇੰਪੋਰਟੈਂਟ ਵੀਡੀਓ ਹੈ ਅਤੇ ਉਮੀਦ ਕਰਦਾ ਕਿ ਸਾਰੇ ਹੀ ਵਿਊਅਰਸ ਨੂੰ ਪਸੰਦ ਆਈ ਹੋਏਗੀ ਅਤੇ ਜਲਦੀ ਹੀ ਮੈਂ ਤੁਹਾਡੇ ਲਈ ਜਿਹੜੀ ਨੈਕਸਟ ਵੀਡੀਓ ਉਹ ਲੈ ਕੇ ਆ ਰਿਹਾ।